ਉੱਥੋਂ ਦੇ ਐਸਡੀਐਮ ਨੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਉਹ ਇੱਕ ਵੀਡੀਓ 'ਚ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਡਾਂਗ ਮਾਰਨੀ ਹੈ ਤਾਂ ਸਿਰ 'ਚ ਮਾਰੀ ਜਾਏ ਤੇ ਸਿਰ ਫਾੜਿਆ ਜਾਏ। ਜਦੋਂ ਇੱਕ ਐਸਡੀਐਮ ਕਹਿੰਦਾ ਕਿ ਸਿਰ 'ਚ ਲੱਠ ਮਾਰੋ ਤੇ ਇਹਦੀ ਇੰਟੈਂਸ਼ਨ ਤਾਂ ਕਲੀਅਰ ਹੈ ਨਾ ਵੀ ਬੰਦਿਆਂ ਨੂੰ ਮਾਰਨ ਵਾਸਤੇ ਹੀ ਇਹ ਪੁਲਿਸ ਫੋਰਸ ਯੂਜ਼ ਕੀਤੀ ਗਈ ਹੈ ਔਰ ਇਸ ਕਰਕੇ ਉਹ 302 ਦੇ ਪਰਚੇ ਦੇ ਵਿੱਚ ਉਹਦਾ ਨਾਮ ਆਉਣਾ ਚਾਹੀਦਾ। ਉਸ ਅਫਸਰ ਨੂੰ ਗਵਰਨਮੈਂਟ ਦੀ ਸ਼ਹਿ ਹੋਏਗੀ ਜਿਹੜਾ ਇਸ ਤਰ੍ਹਾਂ ਬੋਲ ਰਿਹਾ। ਇਹ ਤੇ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਕੀ ਕਹਿ ਰਿਹਾ ਸੀ ਪੁਲਿਸ ਨੂੰ। ਅਦਰਵਾਈਜ਼ ਪੁਰਾਣੇ ਜ਼ਮਾਨੇ 'ਚ ਅਸੀਂ ਜਾਈਏ ਤੇ ਇਹੋ ਜਿਹੀ ਗੱਲ ਸਾਹਮਣੇ ਆਉਣੀ ਨਹੀਂ ਸੀ। ਜਿਸ ਤਰ੍ਹਾਂ ਦਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਜਿਸ ਤਰ੍ਹਾਂ ਲਗਭਗ 1 ਸਾਲ ਹੋਣ ਜਾ ਰਿਹਾ ਹੈ ਕਿ ਕੀ ਇਹ ਇੱਕ ਸੰਕੇਤ ਹੈ, ਇਹ ਖਤਰੇ ਦੀ ਘੰਟੀ ਹੈ ਕਿ ਕਿਸਾਨਾਂ ਨੂੰ ਹੁਣ ਇਸ ਤਰੀਕੇ ਸਿਰ ਪਾੜ ਕੇ ਭਜਾਇਆ ਜਾਏਗਾ। ਹਰਿਆਣਾ ਦੇ ਮੁੱਖ ਮੰਤਰੀ ਆ ਹਰਿਆਣਾ ਸਰਕਾਰ ਇਹ ਜ਼ੋਰ ਲਾ ਰਹੀ ਹੈ ਕਿ ਹਰਿਆਣਾ ਸ਼ਾਂਤਮਈ ਪ੍ਰਦੇਸ਼ ਹੈ, ਅਸੀਂ ਕਿਸਾਨਾਂ ਦੇ ਮੁਦਈ ਆ। ਪੰਜਾਬ ਇੱਕ ਐਸਾ ਸ਼ਰਾਰਤੀ ਸਾਡਾ ਗੁਆਂਢੀ ਹੈ ਜਿਹਨੇ ਹਰਿਆਣਾ ਦੇ ਵਿੱਚ ਅੱਗ ਲਾਈ ਹੋਈ ਆ ਆਪਣੇ ਕਿਸਾਨ ਭੇਜ ਕੇ। ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਇੱਕ ਇਮੈਚੁਰ ਆਦਮੀ ਦੀ ਸਟੇਟਮੈਂਟ ਮੈਂ ਕਹੂੰਗਾ। ਇੱਕ ਮੈਚਿਓਰਿਟੀ ਜਾਂ ਮੈਚੁਰ ਪੋਲੀਟੀਸ਼ੀਅਨ ਜਿਹੜੇ ਸੁਲਝੇ ਹੋਏ ਹੈ ਉਹ ਨਹੀਂ ਇੱਦਾਂ ਦਾ ਬਿਆਨ ਕੋਈ ਦੇ ਸਕਦਾ। ਕਿਸਾਨ ਜਿਹੜੇ ਨੇ ਉਹਨਾਂ ਵਾਸਤੇ ਇਹ ਆਰ ਪਾਰ ਦੀ ਲੜਾਈ ਮੈਂ ਸਮਝਦਾ। ਫਰਜ਼ ਕਰੋ ਜੇ ਐਜੀਟੇਸ਼ਨ ਨੇ ਸਕਸੀਡ ਨਾ ਕੀਤੀ ਤਾਂ ਮੇਰਾ ਖਿਆਲ ਹੈ ਕਿ ਆਉਣ ਵਾਲੇ 50 ਸਾਲ ਜਿਹੜੇ ਨੇ ਨਾ ਤੇ ਕੋਈ ਹਿੰਦੁਸਤਾਨ 'ਚ ਐਜੀਟੇਸ਼ਨ ਹੋਏਗੀ ਤੇ ਨਾ ਹੀ ਕਿਸਾਨਾਂ ਦੀ ਕੋਈ ਸੁਣਵਾਈ ਹੋਏਗੀ। ਇਹ ਕਾਨੂੰਨ ਤਾਂ ਮੈਂ ਕਈ ਵਾਰ ਅੱਗੇ ਵੀ ਬੋਲਿਆ, ਜਿਹੜੇ ਤਿੰਨੇ ਕਾਨੂੰਨ ਨੇ ਬਿਲਕੁਲ ਕਿਸਾਨਾਂ ਦੇ ਹੱਕ 'ਚ ਨਹੀਂ ਹੈ, ਇਹ ਤਾਂ ਫਿਰ ਕਾਰਪੋਰੇਟਸ ਦੇ ਹੱਕ 'ਚ ਨੇ। ਬਹਿਬਲ ਕਲਾਂ ਦੇ ਵਿੱਚ ਕੋਈ ਐਸਡੀਐਮ ਦੀ ਪਰਮਿਸ਼ਨ ਨਹੀਂ ਸੀ। ਉੱਥੇ ਜਿਹੜੀ ਗੋਲੀ ਵੀ ਚਲਾਈ ਗਈ ਉਹ ਵਿਦਆਊਟ ਐਨੀ ਪਰਮਿਸ਼ਨ ਸੀ। ਉੱਥੇ ਹੋਰ ਵੀ ਜਿਹੜੀ ਕਾਰਵਾਈ ਲਾਠੀ ਚਾਰਜ ਵੀ ਕੀਤਾ ਗਿਆ, ਕੋਈ ਸਿਵਲ ਐਡਮਿਨਿਸਟ੍ਰੇਸ਼ਨ ਦੀ ਪਰਮਿਸ਼ਨ ਨਹੀਂ ਸੀ। ਕੋਟਕਪੂਰੇ ਵਿੱਚ ਜਿੰਨੀਆਂ ਵੀ ਪਰਮਿਸ਼ਨ ਲਈਆਂ ਗਈਆਂ ਉਹ ਆਫਟਰ ਦੀ ਇੰਸੀਡੈਂਟ ਲਈਆਂ ਗਈਆਂ। ਸਕਾਈ ਨਿਊਜ਼ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਕਿਸਾਨ ਅੰਦੋਲਨ ਨੂੰ ਲੈ ਕੇ ਨਿਤ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਨਿਤ ਨਵੀਆਂ ਘਟਨਾਵਾਂ ਵਾਪਰ ਰਹੀਆਂ ਨੇ, ਘਟਨਾਵਾਂ ਦੁਰਘਟਨਾਵਾਂ ਦਾ ਰੂਪ ਲੈ ਰਹੀਆਂ ਨੇ। ਤਾਜ਼ਾ ਘਟਨਾ ਕਰਨਾਲ ਦੀ ਹੈ, ਜਦੋਂ ਸ਼ਨੀਚਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਦਾ ਉੱਥੇ ਕੋਈ ਸਮਾਗਮ ਸੀ ਜਿਸ ਦੇ ਵਿਰੋਧ ਵਿੱਚ ਕਿਸਾਨ ਸ਼ਾਂਤਮਈ ਜਿਹੜਾ ਹੈਗਾ ਆਪਣਾ ਪ੍ਰਦਰਸ਼ਨ ਕਰ ਰਹੇ ਸੀ। ਉਹਨਾਂ ਦੇ ਉੱਤੇ ਇੰਨੀ ਬੁਰੀ ਤਰ੍ਹਾਂ ਪੁਲਿਸ ਤਸ਼ੱਦਦ ਢਾਇਆ ਗਿਆ ਕਿ ਇੱਕ ਕਿਸਾਨ ਦੀ ਮੌਤ ਹੋ ਗਈ ਤੇ ਦਰਜਨਾਂ ਕਿਸਾਨ ਜਿਹੜੇ ਨੇ ਉਹ ਬੁਰੀ ਤਰ੍ਹਾਂ ਫੱਟੜ ਹੋ ਚੁੱਕੇ ਨੇ। ਇਸ ਤੋਂ ਵੀ ਵੱਧ ਜਿਹੜੀ ਮਨੁੱਖੀ ਹੱਕਾਂ ਦੀ ਰਾਖੀ ਦੀ ਭਾਵਨਾ ਹੈ ਉਹ ਕਿਤੇ ਵੱਧ ਫੱਟੜ ਹੋਈ ਹੈ, ਵੱਧ ਵਲੂੰਦਰੀ ਗਈ ਹੈ। ਖਾਸ ਕਰ ਇੱਕ ਡਿਊਟੀ ਮੈਜਿਸਟ੍ਰੇਟ ਹੁੰਦਾ ਜਿਸ ਤੋਂ ਪੁੱਛੇ ਬਿਨਾ ਪੁਲਿਸ ਗੋਲੀ ਚਲਾਉਣੀ ਜਾਂ ਕਿਸੇ ਦੇ ਭੀੜ ਦੇ ਉੱਤੇ ਕੋਈ ਐਕਸ਼ਨ ਕਰਨਾ ਉਹ ਨਹੀਂ ਕਰ ਸਕਦੀ, ਤਾਂ ਉਹ ਡਿਊਟੀ ਮੈਜਿਸਟ੍ਰੇਟ ਦੀ ਜ਼ਿੰਮੇਵਾਰੀ ਇਸ ਕਰਕੇ ਭਾਰਤੀ ਸੰਵਿਧਾਨ ਦੇ ਵਿੱਚ ਥੋਪੀ ਗਈ ਸੀ, ਰੱਖੀ ਗਈ ਸੀ ਕਿ ਆਪਾਂ ਥੋਪੀ ਦਾ ਖੈਰ ਸ਼ਬਦ ਦੂਜਾ ਵਰਤ ਲਿਆ ਕਿ ਤਾਂ ਕਿ ਪੁਲਿਸ ਕਈ ਵਾਰ ਵਧੀਕੀ ਕਰ ਜਾਂਦੀ ਹੈ। ਡਿਊਟੀ ਮੈਜਿਸਟ੍ਰੇਟ ਨਿਆਂਪਾਲਿਕਾ ਦਾ, ਕਾਨੂੰਨ ਦਾ, ਸੰਵਿਧਾਨ ਦਾ ਇੰਨਾ ਕੁ ਜਾਣੂ ਹੁੰਦਾ ਹੈ, ਉਹਦੀ ਟ੍ਰੇਨਿੰਗ ਇੰਨੀ ਕੁ ਸ਼ਾਨਦਾਰ ਹੁੰਦੀ ਹੈ, ਇੰਨੀ ਚੰਗੀ ਹੁੰਦੀ ਹੈ ਕਿ ਉਹ ਮਨੁੱਖੀ ਹੱਕਾਂ ਦਾ ਘਾਣ ਹੋਣ ਤੋਂ ਰੋਕਦਾ ਹੈ ਤੇ ਉਹ ਬੜੇ ਹੀ ਤਰੀਕੇ ਨਾਲ ਜਿਹੜੀ ਹੈਗੀ ਆ ਪੁਲਿਸ ਨੂੰ ਇਜਾਜ਼ਤ ਦਿੰਦਾ ਹੈ ਕੋਈ ਵੀ ਕਾਰਵਾਈ ਕਰਨ ਦੀ, ਤਾਂ ਕਿ ਕਿਸੇ ਨਾਲ ਧੱਕਾ ਨਾ ਹੋ ਜਾਏ। ਪਰ ਕਰਨਾਲ ਵਾਲੇ ਮਾਮਲੇ 'ਚ ਬਿਲਕੁਲ ਉਲਟ ਵੇਖਣ ਨੂੰ ਮਿਲਿਆ। ਉੱਥੋਂ ਦੇ ਜੋ ਮੌਜੂਦਾ, ਹਾਲਾਂਕਿ ਹੁਣ ਉਹਨਾਂ ਖਿਲਾਫ ਰਤਾਕੂ ਕਾਰਵਾਈ ਹੋਈ ਹੈ ਸਸਪੈਂਸ਼ਨ ਦੀ, ਜੋ ਉੱਥੋਂ ਦੇ ਐਸਡੀਐਮ ਨੇ ਸਬ ਡਿਵੀਜ਼ਨਲ ਮੈਜਿਸਟ੍ਰੇਟ, ਜਿਨ੍ਹਾਂ ਨੂੰ ਉਪ ਮੰਡਲ ਮੈਜਿਸਟ੍ਰੇਟ ਕਹਿੰਦੇ ਆ ਤੇ ਕਮ ਡਿਊਟੀ ਮੈਜਿਸਟ੍ਰੇਟ ਆਪਾਂ ਕਹਿੰਦੇ ਹੁੰਦੇ ਆ, ਉਹ ਇੱਕ ਵੀਡੀਓ 'ਚ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਅਗਰ ਲੱਠ ਮਾਰਨਾ ਹੈ, ਜਿਹੜਾ ਹਰਿਆਣਵੀ 'ਚ ਬੋਲਿਆ ਜਾਂਦਾ ਹੈ, ਡਾਂਗ ਮਾਰਨੀ ਹੈ ਤਾਂ ਸਿਰ 'ਚ ਮਾਰੀ ਜਾਏ ਤੇ ਸਿਰ ਫਾੜਿਆ ਜਾਏ। ਇਸ ਨੁਕਤੇ ਨਿਗਾਹ ਨੂੰ ਆਪਾਂ ਕਿਵੇਂ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ, ਖਾਸ ਕਰ ਜਿਸ ਤਰ੍ਹਾਂ ਦਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਜਿਸ ਤਰ੍ਹਾਂ ਲਗਭਗ 1 ਸਾਲ ਹੋਣ ਜਾ ਰਿਹਾ ਹੈ ਕਿ ਕੀ ਇਹ ਇੱਕ ਸੰਕੇਤ ਹੈ, ਇਹ ਖਤਰੇ ਦੀ ਘੰਟੀ ਹੈ ਕਿ ਕਿਸਾਨਾਂ ਨੂੰ ਹੁਣ ਇਸ ਤਰੀਕੇ ਸਿਰ ਪਾੜ ਕੇ ਭਜਾਇਆ ਜਾਏਗਾ, ਜੋ ਕਿ ਬਹੁਤ ਹੀ ਖਤਰਨਾਕ ਤੇ ਘਾਤਕ ਹੈ। ਇਸ ਮੁੱਦੇ ਤੇ ਗੱਲਬਾਤ ਕਰਨ ਲਈ, ਇਸ ਮੁੱਦੇ ਤੇ ਸੰਵਿਧਾਨਕ ਨੁਕਤੇ ਨਿਗਾਹ ਤੋਂ ਰੌਸ਼ਨੀ ਪਾਉਣ ਲਈ ਸਾਡੇ ਨਾਲ ਬੜੇ ਹੀ ਅਹਿਮ ਮਹਿਮਾਨ ਬਣੇ ਹੋਏ ਨੇ, ਜੋ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਨੇ, ਜਸਟਿਸ ਰਣਜੀਤ ਸਿੰਘ ਹੋਣੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਜਿਵੇਂ ਮੈਂ ਕੁਝ ਇੱਕ ਗੱਲਾਂ ਦੇ ਸੰਕੇਤ ਦਿੱਤੇ ਨੇ ਕਿ ਬੜਾ ਖਤਰਨਾਕ ਭਵਿੱਖ ਲੱਗ ਰਿਹਾ ਸਾਨੂੰ, ਖਾਸ ਕਰ ਅੰਦੋਲਨ ਦਾ ਜਦੋਂ ਸਮਾਂ ਹੈ, ਇਹ ਕੋਈ ਸ਼ਾਂਤਮਈ ਸਮਾਂ ਨਹੀਂ। ਪੰਜਾਬ 'ਚ ਇਲੈਕਸ਼ਨਾਂ ਵੀ ਆ ਰਹੀਆਂ ਨੇ, ਹਰਿਆਣੇ 'ਚ ਵੀ ਅੱਗੇ ਜਾ ਕੇ ਇਲੈਕਸ਼ਨਾਂ ਹੋਣਗੀਆਂ ਕਿਉਂਕਿ 2500 ਦਿਨ ਪੂਰੇ ਹੋਏ ਨੇ। ਇੱਕ ਵੱਡਾ ਸਮਾਂ ਹਰਿਆਣਾ ਸਰਕਾਰ ਨੇ ਕੱਢ ਲਿਆ। ਪਹਿਲੀ ਪ੍ਰਤੀਕਿਰਿਆ ਜੋ ਸਾਰਾ ਕੁਝ ਹੋਇਆ ਇਹ, ਉਸ 'ਤੇ ਕੀ ਦੇਣੀ ਚਾਹੋਗੇ ਤੁਸੀਂ? ਦੇਖੋ ਜੀ, ਇਹ ਇਸ ਤਰ੍ਹਾਂ ਗੱਲ ਹੈ ਕਿ ਹਰ ਇੱਕ ਇੰਡੀਅਨ ਸਿਟੀਜ਼ਨ ਦਾ ਇਹ ਲੀਗਲ ਤੇ ਕਨਸਟੀਟਿਊਸ਼ਨਲ ਰਾਈਟ ਹੈ ਕਿ ਉਹ ਆਪਣੇ ਹੱਕਾਂ ਬਾਰੇ ਤੇ ਆਪਣੀਆਂ ਮੰਗਾਂ ਬਾਰੇ ਉਹ ਜਿਹੜਾ ਪੀਸਫੁਲ ਤਰੀਕੇ ਨਾਲ ਉਹਨੂੰ ਆਪਣਾ ਸੰਘਰਸ਼ ਕਰ ਸਕੇ। ਉਹਦੇ ਬਾਰੇ ਉਹ ਜੇ ਕਿਤੇ
ਉਹ ਇਕੱਠ ਕਰਕੇ ਜਾਂ ਆਪਣੀਆਂ ਮੰਗਾਂ ਮਨਾਉਣ ਵਾਸਤੇ ਜੋ ਧਰਨਾ ਵੀ ਲਾਉਂਦੇ ਨੇ, ਪੀਸਫੁਲ ਲਾਉਂਦੇ ਨੇ, ਤਾਂ ਉਹਨਾਂ ਦਾ ਲੀਗਲ ਤੇ ਕਨਸਟੀਟਿਊਸ਼ਨਲ ਰਾਈਟ ਹੈ। ਤੇ ਗਵਰਨਮੈਂਟ ਦੇ ਕੋਲ ਅਧਿਕਾਰ ਜਿਹੜਾ ਹੈ ਬੜਾ ਲਿਮਿਟਿਡ ਜਿਹਾ ਹੁੰਦਾ ਹੈ। ਜੇ ਕੋਈ ਐਸੀ ਸਿਚੁਏਸ਼ਨ ਕ੍ਰੀਏਟ ਹੋ ਜਾਏ ਜਿੱਥੇ ਕੋਈ ਵਾਇਲੈਂਸ ਦਾ ਖਤਰਾ ਹੈ ਜਾਂ ਵਾਇਲੈਂਸ ਹੋ ਜਾਏ, ਤੇ ਉੱਥੇ ਗਵਰਨਮੈਂਟ ਦਾ ਜਿਹੜਾ ਕੰਟਰੋਲ ਹੈ, ਜਿਹੜਾ ਪੁਲਿਸ ਦਾ ਬੰਦੋਬਸਤ ਹੁੰਦਾ ਹੈ, ਉਹਦੀ ਜਿਹੜੀ ਸਾਰੀ ਅਗਵਾਈ ਹੈ ਉਹ ਸਿਵਲ ਐਡਮਿਨਿਸਟ੍ਰੇਸ਼ਨ ਕਰਦੀ ਹੈ, ਕਿਉਂਕਿ ਸਿਵਲ ਐਡਮਿਨਿਸਟ੍ਰੇਸ਼ਨ ਇਜ਼ ਸੁਪਰੀਮ ਐਂਡ ਪੁਲਿਸ ਜਿਹੜੀ ਹੈ ਉਹ ਸਬਸਰਵੀਐਂਟ ਹੁੰਦੀ ਹੈ ਸਿਵਲ ਐਡਮਿਨਿਸਟ੍ਰੇਸ਼ਨ ਨੂੰ। ਤੇ ਪੁਲਿਸ ਨਾਰਮਲੀ ਕੰਸੀਡਰ ਕੀਤਾ ਜਾਂਦਾ ਹੈ ਕਿ ਉਹ ਧੱਕੇ ਕਰਨ ਦੇ ਮਸ਼ਹੂਰ ਹੈ, ਉਹ ਟ੍ਰਿਗਰ ਹੈਪੀ ਹੁੰਦੇ ਨੇ ਪੁਲਿਸ ਵਾਲੇ। ਤਾਂ ਇਸ ਕਰਕੇ ਇੱਕ ਕਾਨੂੰਨ ਨੇ ਇੱਕ ਦਾਇਰੇ 'ਚ ਰੱਖਣ ਦੇ ਵਾਸਤੇ ਉਹਨਾਂ ਨੂੰ ਉਹ ਸਿਵਲ ਐਡਮਿਨਿਸਟ੍ਰੇਸ਼ਨ ਦੀ ਪਰਮਿਸ਼ਨ ਲੈਣ ਵਾਸਤੇ ਉਹ ਇੱਕ ਜ਼ਰੂਰੀ ਪਾਬੰਦ ਕੀਤਾ ਹੋਇਆ। ਔਰ ਜੋ ਕਰਨਾਲ ਵਿੱਚ ਹੋਇਆ ਉਹ ਬਿਲਕੁਲ ਇਸ ਦੇ ਉਲਟ ਹੋਇਆ। ਇਸ ਤਰ੍ਹਾਂ ਉਲਟ ਹੋਇਆ ਕਿ ਜਿਹੜਾ SDM ਹੈ, ਜਿੰਨੇ ਦੇ ਇੱਕ ਪਰਮਿਸ਼ਨ ਦੇਣੀ ਸੀ, ਦੇਖ ਕੇ ਕਿ ਸਿਚੁਏਸ਼ਨ ਕਿੱਦਾਂ ਡਿਵੈਲਪ ਹੋ ਰਹੀ ਹੈ ਜਾਂ ਕੋਈ ਹਿੰਸਾ ਹੋ ਰਹੀ ਹੈ ਜਾਂ ਕੁਝ ਹੋ ਰਹੀ ਹੈ, ਤੇ ਫਿਰ ਉਹਨੇ ਲਿਮਿਟਿਡ ਤਰੀਕੇ ਨਾਲ ਪਰਮਿਸ਼ਨਸ ਦੇਣੀਆਂ ਸੀ ਕਿ ਤੁਸੀਂ ਜੇ ਕੋਈ ਆਪਣਾ ਲਾਠੀ ਚਾਰਜ ਕਰ ਸਕਦੇ ਹੋ ਜਾਂ ਕੋਈ ਹੋਰ ਤਰੀਕਾ ਅਪਣਾ ਸਕਦੇ ਹੋ। ਪਰ ਇਹਦੇ ਵਿੱਚ ਤਾਂ ਦੇਖਣ 'ਚ ਇਹ ਮਿਲਿਆ ਹੈ ਕਿ ਉਹ ਪਹਿਲਾਂ ਹੀ ਇਸ ਦਾ ਜੇ ਕੋਈ ਸਿਚੁਏਸ਼ਨ ਡਿਵੈਲਪ ਹੀ ਨਹੀਂ ਹੋਈ ਸੀ, ਤੇ ਉਹਨੇ ਪਹਿਲਾਂ ਹੀ ਕਹਿ ਦਿੱਤਾ ਕਿ ਜਿਹੜਾ ਲੋਕਾਂ ਦੇ ਸਿਰਾਂ 'ਚ ਡਾਂਗਾ ਮਾਰੋ, ਲੋਕਾਂ ਦੇ ਸਿਰ ਫੋੜ ਦਿਓ। ਇਹਦਾ ਮਤਲਬ ਕਿ ਉਹਦੀ ਇੰਟੈਂਸ਼ਨ ਜਿਹੜੀ ਸੀ ਉਹ ਇੱਕ ਗੈਰ ਕਾਨੂੰਨੀ ਸੀ, ਉਹ ਉਹਦੀ ਜੂਰਿਸਡਿਕਸ਼ਨ 'ਚੋਂ ਬਾਹਰ ਸੀ, ਇਹ ਟੋਟਲੀ ਇਲੀਗਲ ਹੈ। ਉਹਦੀ ਜਿਹੜੀ ਕਾਰਵਾਈ ਹੈ, ਜਿਹੜੀ ਉਹਦੀ ਸ਼ਬਦਾਵਲੀ ਹੈ, ਉਹ ਟੋਟਲੀ ਲਾਅ ਦੇ ਦਾਇਰੇ 'ਚੋਂ ਬਿਲਕੁਲ ਬਾਹਰ ਹੈ। ਉਹ ਇੱਕ ਉਹਦੇ ਖਿਲਾਫ ਇੱਕ ਐਕਸ਼ਨ ਬਣਦਾ ਹੈ, ਬੜਾ ਸੀਰੀਅਸ ਐਕਸ਼ਨ ਬਣਦਾ ਹੈ, ਕਿਉਂਕਿ ਇੱਕ ਇਨਸਾਨ ਦੀ ਉੱਥੇ ਮੌਤ ਹੋ ਗਈ। ਜਦੋਂ ਇੱਕ SDM ਕਹਿੰਦਾ ਹੈ ਕਿ ਸਿਰ 'ਚ ਲੱਠ ਮਾਰੋ, ਤੇ ਇਹਦੀ ਇੰਟੈਂਸ਼ਨ ਤਾਂ ਕਲੀਅਰ ਹੈ ਨਾ ਵੀ ਬੰਦਿਆਂ ਨੂੰ ਮਾਰਨ ਵਾਸਤੇ ਹੀ ਇਹ ਪੁਲਿਸ ਫੋਰਸ ਯੂਜ਼ ਕੀਤੀ ਗਈ ਹੈ। ਔਰ ਇਸ ਕਰਕੇ ਉਹ 302 ਦੇ ਪਰਚੇ ਦੇ ਵਿੱਚ ਉਹਦਾ ਨਾਂ ਆਉਣਾ ਚਾਹੀਦਾ, ਔਰ ਉਹ FIR ਉੱਥੇ ਰਜਿਸਟਰ ਹੋਣੀ ਚਾਹੀਦੀ ਸਾਰੇ ਪੁਲਿਸ ਵਾਲਿਆਂ ਦੇ ਖਿਲਾਫ। ਐਕਸੈਸਿਵ ਯੂਜ਼ ਆਫ ਪੁਲਿਸ ਫੋਰਸ ਜਿਹਦੀ ਕੋਈ ਜਸਟੀਫਿਕੇਸ਼ਨ ਨਹੀਂ। ਪਰ ਹਰਿਆਣਾ ਦੇ ਮੁੱਖ ਮੰਤਰੀ ਵੀ ਕਿਤੇ ਨਾ ਕਿਤੇ ਮੈਂ ਬਿਆਨ ਸੁਣਿਆ, ਕਹਿ ਰਹੇ ਨੇ ਕਿ SDM ਦੀ ਭਾਸ਼ਾ ਗਲਤ ਸੀ। ਇੱਕ ਦੋ ਹੋਰ ਹਰਿਆਣਾ ਦੇ BJP ਦੇ ਮੰਤਰੀ ਨੇ ਵੀ ਇਹ ਗੱਲ ਵਰਤੀ ਹੈ ਕਿ ਭਾਸ਼ਾ ਗਲਤ ਸੀ, ਮਹਿਸੂਸ ਕੀਤਾ ਹੈ। ਪਰ ਇਹ ਲੱਗਦਾ ਨਹੀਂ ਕਿ ਇਹ ਜਸਟ ਆਈ ਵਾਸ਼ ਹੈ ਕਿ ਇੱਕ SDM, ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ 302 ਯਾਨੀ ਕਿ ਹੱਤਿਆ, 307 ਹੱਤਿਆ ਦੀ ਕੋਸ਼ਿਸ਼, ਤੁਸੀਂ ਉਸ ਤੋਂ ਵੀ ਅੱਗੇ ਜਾ ਕੇ ਹੱਤਿਆ ਦੀ ਗੱਲ ਕਰ ਲਈ ਹੈ ਕਿ, ਤੇ ਉੱਤੋਂ ਜਸਟ ਸਸਪੈਂਸ਼ਨ ਹੋਈ ਆ ਉਸ ਅਫਸਰ ਦੀ। ਤੇ ਕੀ ਲੱਗਦਾ ਨਹੀਂ ਕਿ ਹਰਿਆਣਾ ਸਰਕਾਰ ਮਿੱਟੀ ਪਾ ਰਹੀ ਹੈ, ਜਿਵੇਂ ਕਿ ਸਰਕਾਰਾਂ ਅਕਸਰ ਪਾਉਂਦੀਆਂ ਹੁੰਦੀਆਂ ਨੇ ਅਫਸਰ ਆਪਣੇ ਚਹੇਤੇ ਅਫਸਰਾਂ ਨੂੰ ਬਚਾਉਣ ਵਾਸਤੇ? ਇਹੀ ਗੱਲ ਨਹੀਂ ਜੀ, ਮੇਰਾ ਖਿਆਲ ਹੈ ਕਿ ਉਸ ਅਫਸਰ ਨੂੰ ਗਵਰਨਮੈਂਟ ਦੀ ਸ਼ਹਿ ਹੋਏਗੀ ਜਿਹੜਾ ਇਸ ਤਰ੍ਹਾਂ ਬੋਲ ਰਿਹਾ। ਇਹ ਤੇ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਕੀ ਕਹਿ ਰਿਹਾ ਸੀ ਪੁਲਿਸ ਨੂੰ। ਅਦਰਵਾਈਜ਼ ਪੁਰਾਣੇ ਜ਼ਮਾਨੇ 'ਚ ਅਸੀਂ ਜਾਈਏ ਤੇ ਇਹੋ ਜਿਹੀ ਗੱਲ ਸਾਹਮਣੇ ਆਉਣੀ ਨਹੀਂ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਣਾ। ਜਿਵੇਂ ਨਕੋਦਰ ਵਾਲਾ ਕਾਂਡ ਵਾਪਰਿਆ, ਹੁਣ ਤੱਕ ਨਹੀਂ ਪਤਾ। ਈਵਨ ਕਿ ਤਾਜ਼ਾ 2015 ਵਾਲਾ ਬਹਿਬਲ ਕਲਾਂ ਤੇ ਕੋਟਕਪੂਰੇ ਦਾ ਗੋਲੀ ਕਾਂਡ, ਉਹਦਾ ਹੀ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਹੁਣ ਤੱਕ ਕਿ ਕਿਹਨੇ SDM ਨੇ ਆਰਡਰ ਦਿੱਤੇ ਨੇ, ਨਹੀਂ ਦਿੱਤੇ ਨੇ। ਨਹੀਂ, ਉਹਦੇ 'ਚ ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਡਿਫਰ ਕਰਦਾ। ਬਹਿਬਲ ਕਲਾਂ ਦੇ ਕੋਟਕਪੂਰੇ ਦੇ ਵਿੱਚ, ਬਹਿਬਲ ਕਲਾਂ ਦੇ ਵਿੱਚ ਕੋਈ SDM ਦੀ ਪਰਮਿਸ਼ਨ ਨਹੀਂ ਸੀ ਜੀ। ਉੱਥੇ ਜਿਹੜੀ ਗੋਲੀ ਵੀ ਚਲਾਈ ਗਈ ਉਹ ਵਿਦਆਊਟ ਐਨੀ ਪਰਮਿਸ਼ਨ ਸੀ। ਉੱਥੇ ਹੋਰ ਵੀ ਜਿਹੜੀ ਕਾਰਵਾਈ, ਲਾਠੀ ਚਾਰਜ ਵੀ ਕੀਤਾ ਗਿਆ, ਕੋਈ ਸਿਵਲ ਐਡਮਿਨਿਸਟ੍ਰੇਸ਼ਨ ਦੀ ਪਰਮਿਸ਼ਨ ਨਹੀਂ ਸੀ ਜੀ। ਕੋਟਕਪੂਰੇ ਵਿੱਚ ਜਿੰਨੀਆਂ ਵੀ ਪਰਮਿਸ਼ਨਸ ਲਈਆਂ ਗਈਆਂ ਉਹ ਆਫਟਰ ਦੀ ਇਨਸੀਡੈਂਟ ਲਈਆਂ ਗਈਆਂ ਨੇ, ਉਹ ਲਿਖਤੀ ਕਾਗਜ਼ਾਂ 'ਚ ਲਈਆਂ ਨੇ। ਹਾਂ, ਕਾਗਜ਼ਾਂ 'ਚ ਲਈਆਂ ਗਈਆਂ ਨੇ। ਉਹ ਕਿਉਂਕਿ ਉੱਥੇ ਜਿਹੜੇ ਬੰਦੇ ਨੇ ਪਰਮਿਸ਼ਨ ਲਈ ਹੈ, ਜਿਹੜਾ ਕਿ ਉੱਥੇ ਗੁਰਦੀਪ ਸਿੰਘ ਬੰਦੇਰ ਜਿਹੜਾ SHO ਸੀ ਉੱਥੇ, ਹਾਂਜੀ, ਉਹ ਜਿਸ ਟਾਈਮ ਤੇ ਪੁਲਿਸ ਕਾਰਵਾਈ ਹੁੰਦੀ ਹੈ ਉੱਥੇ ਹਾਜ਼ਰ ਹੀ ਨਹੀਂ ਸੀਗਾ ਕਿ ਇਹ ਮੇਰੀ ਪੁਲਿਸ, ਇਹ ਮੇਰੀ ਕਮਿਸ਼ਨ ਦੀ ਫਾਈਂਡਿੰਗ ਹੈ ਕਿ ਉਹ ਉੱਥੇ ਹਾਜ਼ਰ ਹੀ ਨਹੀਂ ਸੀ। ਤੇ ਉਹ ਹਾਜ਼ਰ ਨਹੀਂ ਸੀ ਤੇ ਉਹਨੇ ਪਰਮਿਸ਼ਨ ਕਿੱਦਾਂ ਲੈ ਲਈਆਂ? ਤੋ ਇਸ ਕਰਕੇ ਉਹਨੂੰ ਸੈਪਰੇਟ ਰੱਖਿਆ ਆਪਾਂ। ਇਹਦੇ ਵਿੱਚ ਹਰਿਆਣਾ ਵਾਲੇ ਕੇਸ ਦੇ ਵਿੱਚ ਤਾਂ SDM ਨੂੰ ਗਵਰਨਮੈਂਟ ਦੀ ਸ਼ਹਿ ਲੱਗਦੀ ਹੈ, ਤੇ ਜੇ ਗਵਰਨਮੈਂਟ ਦੀ ਸ਼ਹਿ ਤੇ ਉਹਨੇ ਸਾਰਾ ਕੰਮ ਕੀਤਾ ਹੈ, ਉਹਨੂੰ ਕਿਹਾ ਗਿਆ ਸੀ ਵੀ ਕਿਸੇ ਹਾਲਾਤ ਦੇ ਵਿੱਚ ਇਹਨਾਂ ਨੂੰ ਲੰਘਣ ਨਹੀਂ ਦੇਣਾ, ਇਹਨਾਂ ਨੂੰ ਇੱਥੋਂ ਨਿਕਲਣ ਨਹੀਂ ਦੇਣਾ, ਤਾਂ ਓਬਵੀਅਸਲੀ ਉਹ ਇਨਸਟਰਕਸ਼ਨ ਤਾਂ ਗਵਰਨਮੈਂਟ ਦੀਆਂ ਹੋਣਗੀਆਂ। ਤੇ ਜੇ ਗਵਰਨਮੈਂਟ ਦੀਆਂ ਉਹ ਇਨਸਟਰਕਸ਼ਨ ਸੀ ਤੇ ਗਵਰਨਮੈਂਟ ਕਿਸ ਤਰ੍ਹਾਂ ਐਕਸਪੈਕਟ ਕਰਦੇ ਇਸ ਗਵਰਨਮੈਂਟ ਕੋਲੋਂ ਕਿ ਉਹ ਉਹਦੇ ਖਿਲਾਫ ਕੋਈ ਐਕਸ਼ਨ ਲੈਣਗੇ? ਇਸ ਮੁਲਕ ਦੇ ਵਿੱਚ ਬੜੀ ਮੰਦਭਾਗੀ ਸਿਚੁਏਸ਼ਨ ਹੈ ਕਿ ਇੱਕ ਬੰਦੇ ਦੀ ਮੌਤ ਹੋ ਜਾਂਦੀ ਹੈ, 7, 8, 10 ਬੰਦੇ ਫੱਟੜ ਹੋ ਜਾਂਦੇ ਨੇ, ਸੀਰੀਅਸ ਇੰਜਰੀਜ਼ ਨੇ ਉਹਨਾਂ ਨੂੰ, 15 ਟਾਂਕੇ ਲੱਗੇ ਸਿਰ 'ਚ। ਹਾਂਜੀ, ਜਿਹੜੇ ਮਤਲਬ ਸਿਰ 'ਚ ਸੱਟਾਂ ਲੱਗੀਆਂ ਨੇ, ਕਿਸੇ ਦੀ ਅੱਖ ਫੁੱਟ ਗਈ ਹੈ, ਔਰ ਉਸ 'ਤੇ ਕੋਈ ਕਾਰਵਾਈ ਨਾ ਹੋਵੇ। ਇਹ ਇੱਕ ਇਸ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਇਹੋ ਜਿਹੀ ਸਿਚੁਏਸ਼ਨ ਆਉਣੀ ਜਿਹੜੀ ਹੈ ਨਾ, ਬੜੀ ਮੰਦਭਾਗੀ ਹੈ। ਔਰ ਮੈਨੂੰ ਨਜ਼ਰ ਆਉਂਦਾ ਹੈ ਕਿ ਜੇ ਇਸ ਤਰ੍ਹਾਂ ਸਿਚੁਏਸ਼ਨ ਚੱਲਦੀ ਰਹੀ ਤਾਂ ਆਈ ਡੋਂਟ ਨੋ ਵੇਅਰ ਇਟ ਵਿਲ ਐਂਡ।
ਜੀ ਇਟ ਹੈਜ਼ ਅ ਵੈਰੀ ਸੀਰੀਅਸ ਕਨਸੀਕੁਐਂਸਿਸ ਜੀ ਇਹ ਜਿਹੀਆਂ ਚੀਜ਼ਾਂ ਹੀ ਜਿਹੜੀਆਂ ਨੇ ਉਹ ਰੈਵੋਲੂਸ਼ਨ ਨੂੰ ਲੀਡ ਕਰਦੀਆਂ ਹੁੰਦੀਆਂ ਫਿਰ ਮਤਲਬ ਅਲਟੀਮੇਟਲੀ ਜਦੋਂ ਲੋਕਾਂ ਦੀ ਸੁਣਵਾਈ ਨਾ ਹੋਵੇ, ਲੋਕਾਂ ਨੂੰ ਇਨਸਾਫ ਨਾ ਮਿਲੇ, ਲੋਕਾਂ ਨੂੰ ਜਸਟਿਸ ਨਾ ਮਿਲੇ ਤੇ ਫਿਰ ਜਸਟਿਸ ਕਿਸ ਤਰ੍ਹਾਂ ਮਿਲਣਾ ਹੈ, ਲੋਕਾਂ ਨੂੰ ਫਿਰ ਕਿਸ ਤਰ੍ਹਾਂ ਲੈਣਗੇ। ਮੇਰੇ ਵਿਚਾਰ ਨਾਲ ਕੋਰਟਸ ਦੀ ਬੜੀ ਜ਼ਿੰਮੇਵਾਰੀ ਬਣਦੀ ਹੈ ਇਸ ਸਿਓ ਮੋਟੋ ਲੈਣਾ ਚਾਹੀਦਾ ਮੇਰੇ ਖਿਆਲ 'ਚ, ਤੁਸੀਂ ਇਹ ਇਸ਼ਾਰਾ ਕਰ ਰਹੇ ਹੋ। ਹਾਂਜੀ ਮੈਂ ਕਰ ਰਿਹਾ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਸਵੈ ਨੋਟਿਸ ਲੈਣਾ ਚਾਹੀਦਾ ਹੈ, ਸੋ ਮੋਟੋ ਨੋਟਿਸ ਲੈਣਾ ਚਾਹੀਦਾ, ਔਰ ਨਾ ਵੀ ਲਏ ਤੇ ਜੇ ਕੋਈ ਉਹਨਾਂ ਦੇ ਕੋਲ ਕੋਈ ਪਟੀਸ਼ਨ ਆਉਂਦੀ ਹੈ ਉਹ ਕੋਰਟਸ ਮਸਟ ਇਨਸ਼ੋਰ ਕਿ ਇਹਦੇ 'ਚ ਫੇਅਰ ਇਨਵੈਸਟੀਗੇਸ਼ਨ ਹੋਵੇ, ਸੱਚਾਈ ਸਾਹਮਣੇ ਆਵੇ, ਜਿਹੜੇ ਕਸੂਰਵਾਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਹੋਵੇ। ਤੇ ਐਸਡੀਐਮ ਦੇ ਸਿੱਧਾ ਮੇਰੇ ਵਿਚਾਰ ਨਾਲ ਤਾਂ ਮਰਡਰ ਦਾ ਚਾਰਜ ਲੱਗਦਾ ਹੈ, ਅਟੈਂਪਟ ਟੂ ਮਰਡਰ ਦਾ ਚਾਰਜ ਲੱਗਦਾ ਹੈ, ਔਰ ਜਿਹੜੇ ਪੁਲਿਸ ਵਾਲਿਆਂ ਨੇ ਪੁਲਿਸ ਫੋਰਸ ਯੂਜ਼ ਕੀਤੀ ਹੈ ਉਹਨਾਂ 'ਤੇ ਵੀ ਇਹ ਐਕਸ਼ਨ ਹੋਣਾ ਚਾਹੀਦਾ ਹੈ। ਔਰ ਇਹ ਜਿੰਨਾ ਚਿਰ ਤੱਕ ਇਹਨਾਂ ਨੂੰ ਸਸਪੈਂਡ ਕਰਕੇ ਇੰਡੀਪੈਂਡੈਂਟ ਫੇਅਰ ਇਨਵੈਸਟੀਗੇਸ਼ਨ ਨਾ ਹੋਵੇ, ਜਸਟਿਸ ਨਹੀਂ ਮਿਲ ਸਕਦਾ ਇਸ ਕੇਸ ਜੀ। ਐਸਡੀਐਮ ਜੋ ਨੇ ਕਿ ਐਡਮਿਨਿਸਟ੍ਰੇਟਿਵ ਸਰਵਿਸਿਜ਼ ਨੂੰ ਬਿਲੋਂਗ ਕਰਦੇ ਨੇ, ਪ੍ਰਸ਼ਾਸਕੀ ਸੇਵਾਵਾਂ ਜਿਹੜੀਆਂ ਹੁੰਦੀਆਂ ਨੇ, ਉਸ ਜਾਣਨਾ ਚਾਹਾਂਗੇ ਕਿ ਉਸ ਪਾਸੇ ਵੀ ਕੋਈ ਸਿਸਟਮ ਹੈ, ਕੋਈ ਵਿਧਾਨ ਹੈ ਇੰਡੀਅਨ ਐਡਮਿਨਿਸਟ੍ਰੇਟਿਵ ਜਿਹੜੀ ਸਰਵਿਸਿਜ਼ ਨੇ ਉਹਨਾਂ ਦੇ ਪੱਧਰ ਦੇ ਉੱਤੇ ਵੀ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਮੈਂ ਜੇਕਰ ਥੋੜ੍ਹਾ ਜਿਹਾ ਮੈਨੂੰ ਯਾਦ ਹੋਵੇ ਤਾਂ ਇਸ ਤਰ੍ਹਾਂ ਦੀ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦੇ ਵਿੱਚ ਇਹਨਾਂ ਨੂੰ ਟ੍ਰੇਨਿੰਗ ਵਾਸਤੇ 2-2 ਸਾਲ ਵਾਸਤੇ ਦੁਬਾਰਾ ਭੇਜਿਆ ਜਾਂਦਾ ਰਿਹਾ। ਕਈ ਅਫਸਰਾਂ ਨੂੰ ਮੈਂ ਜਾਣਦਾ, ਈਵਨ ਕਿ ਹਾਈ ਕੋਰਟ ਨੇ ਮੈਨੂੰ ਯਾਦ ਆ ਰਿਹਾ ਕਿ ਇੱਕ ਹੁਕਮ ਦਿੱਤੇ ਸੀ ਇਸ ਤਰ੍ਹਾਂ ਹੀ ਕਿਸੇ ਅਫਸਰ ਨੇ ਵਧੀਕੀ ਕਰ ਲਈ ਸੀ, ਬਦਤਮੀਜ਼ੀ ਕਰ ਲਈ ਸੀ, ਪੰਜਾਬ ਦਾ ਹੀ ਅਫਸਰ ਸੀ, ਸ਼ਾਇਦ ਵੀਕੇ ਜੰਜੂਆ ਸੀਗੇ ਉਹ, ਜੇ ਮੈਂ ਗਲਤ ਨਾ ਹੋਵਾਂ, ਜਾਂ ਹੋਰ ਵੀ ਹੋ ਸਕਦੇ ਨੇ, ਪਰ ਇੱਕ ਐਗਜ਼ਾਮਪਲ ਲੈ ਰਹੇ, ਰੈਫਰੈਂਸ ਲੈ ਰਹੇ ਹਾਂ ਕਿ ਉੱਥੇ ਵੀ ਦੁਬਾਰਾ ਇਹਨਾਂ ਨੂੰ ਟ੍ਰੇਨਿੰਗ ਦੀ ਲੋੜ ਮੇਰੇ ਖਿਆਲ 'ਚ ਹੋਣੀ ਚਾਹੀਦੀ ਹੈ। ਤੇ ਕੁਝ ਇਹ ਜਿਹੜੀ ਗੱਲ ਕਰਨਾਲ ਦੇ ਵਿੱਚ ਹੋਈ ਹੈ ਉਹ ਕਿਸੇ ਟ੍ਰੇਨਿੰਗ ਦੇ ਮਤਲਬ ਮਤਾਜ ਨਹੀਂ ਹੈ, ਪੈਰਾਮੀਟਰ 'ਚ ਨਹੀਂ ਆਉਂਦੀ, ਪੈਰਾਮੀਟਰ 'ਚ ਨਹੀਂ ਆਉਂਦੀ। ਇਹ ਕੌਣ, ਕਿਹੜੀ ਟ੍ਰੇਨਿੰਗ, ਕਿਹੜੇ ਐਸੋਸੀਏਸ਼ਨ ਹੈ, ਕਿਹੜੀ ਇੱਕ ਅਦਾਰਾ ਹੈ ਜਿਹੜੀ ਇੱਕ ਆਈਏਐਸ ਅਫਸਰ ਨੂੰ ਇਹ ਟ੍ਰੇਨਿੰਗ ਦੇਵੇਗਾ ਕਿ ਤੂੰ ਪੁਲਿਸ ਨੂੰ ਇਹ ਕਹਿਣਾ ਹੈ ਕਿ ਵੀ ਤੂੰ ਸਿਰ ਫਾੜ ਦੇ ਲੋਕਾਂ ਦਾ, ਬਜਾਏ ਕਿ ਪੁਲਿਸ ਨੂੰ ਤਾਂ ਅਕਸਰ ਡਿਊਟੀ ਮੈਜਿਸਟ੍ਰੇਟ ਨੇ ਕਹਿਣਾ ਹੁੰਦਾ ਹੈ ਕਿ ਘੱਟ ਤੋਂ ਘੱਟ ਪੁਲਿਸ ਬਲ ਪ੍ਰਯੋਗ ਕੀਤਾ ਜਾਏ, ਘੱਟ ਤੋਂ ਘੱਟ ਪਹਿਲਾਂ ਗਿੱਟਿਆਂ 'ਚ ਲਾਠੀਆਂ ਮਾਰੀਆਂ ਜਾਣ, ਲੱਤਾਂ 'ਚ ਮਾਰੀਆਂ ਜਾਣ, ਜੇ ਤਿੱਤਰ ਬਿੱਤਰ ਨਹੀਂ ਹੁੰਦੇ ਫਿਰ ਉਸ ਤੋਂ ਅੱਗੇ ਦੀ ਆਪਾਂ ਸੋਚਾਂਗੇ। ਉਹ ਉਲਟਾ ਚੱਲ ਰਿਹਾ ਮੇਰੇ ਖਿਆਲ ਕਿ ਪਹਿਲਾਂ ਹੀ ਸਿਰ ਪਾੜ ਦਿਓ। ਕੋਈ ਵੀ ਜਦੋਂ ਪੁਲਿਸ ਐਕਸ਼ਨ ਹੋਣਾ ਹੈ ਨਾ, ਪ੍ਰੈਜ਼ੈਂਸ ਆਫ ਸਿਵਲ ਐਡਮਿਨਿਸਟ੍ਰੇਸ਼ਨ ਇਸੇ ਕਰਕੇ ਹੀ ਹੁੰਦੀ ਹੈ ਕਿ ਉਹਨੇ ਦੇਖਣਾ ਹੈ ਕਿ ਸਿਚੁਏਸ਼ਨ ਕੀ ਹੈ ਔਰ ਇਸ ਸਿਚੁਏਸ਼ਨ ਦੇ ਮੁਤਾਬਕ ਕਿੰਨੀ ਫੋਰਸ ਤੇ ਕਿਸ ਤਰ੍ਹਾਂ ਦੀ ਫੋਰਸ ਜਿਹੜੀ ਯੂਜ਼ ਹੋਣੀ ਚਾਹੀਦੀ ਹੈ। ਇਹਦੇ ਵਿੱਚ ਤਾਂ ਸਿਚੁਏਸ਼ਨ ਆਈ ਨਹੀਂ ਅਜੇ, ਉਸ ਤੋਂ ਪਹਿਲਾਂ ਹੀ ਉਹ ਕਹਿ ਰਿਹਾ ਕਿ ਜੇ ਮੈਕਸਿਮਮ ਬੰਦੇ ਮਾਰ ਦਿਓ, ਮਤਲਬ ਤੁਸੀਂ ਸਿਰ ਤੇ ਮਾਰਨਾ, ਡਾਂਗ ਮਾਰਨਾ ਜਾਂ ਫੋੜਨਾ, ਇਹ ਤਾਂ ਇੱਕ ਬੰਦੇ ਨੂੰ ਮਾਰਨ ਵਾਲੀ ਗੱਲ ਹੈ ਨਾ। ਸਿਰ ਦੇ ਉੱਤੇ, ਸਿਰ ਤਾਂ ਇੱਕ ਐਸੀ ਨਾਜ਼ੁਕ ਅੰਗ ਹੈ ਇਨਸਾਨ ਦਾ, ਉਹਦੇ ਤੇ ਜੇ ਸੱਟ ਵੱਜੇ ਤਾਂ ਉਹ ਬੰਦੇ ਦਾ ਮਰਨਾ ਤਕਰੀਬਨ ਤੈਅ ਹੀ ਹੁੰਦਾ ਹੈ। ਇਸ ਕਰਕੇ ਤੁਸੀਂ ਦੇਖੋ ਇੱਕ ਬੰਦੇ ਦੀ ਮੌਤ ਹੋ ਗਈ, ਹੁਣੇ ਜਸਟੀਫਿਕੇਸ਼ਨ ਦੇ ਰਹੇ ਨੇ ਜੀ ਉਹ ਐਜੀਟੇਸ਼ਨ ਕਰਕੇ ਨਹੀਂ ਹੋਈ ਜਾਂ ਉਹਦੀ ਸੱਟਾਂ ਲੱਗਣ ਕਰਕੇ, ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ। ਬਟ ਅਗਰ ਜੇ ਤੁਸੀਂ ਲਾਅ ਦਾ ਨੁਕਤਾ ਦੇਖਿਆ ਜਾਵੇ ਤਾਂ ਜਿਹੜੇ ਵੀ ਕਨਸੀਕੁਐਂਸਸ ਹੁੰਦੇ ਨੇ ਕੁਝ ਐਕਸ਼ਨ ਦੇ, ਉਹ ਉਹਨੂੰ ਹੀ ਐਟਰੀਬਿਊਟ ਹੁੰਦੇ ਨੇ ਜਿਹੜਾ ਐਕਸ਼ਨ ਹੋਵੇ। ਸਰਕਮਸਟੈਂਸ਼ੀਅਲ ਜਿਹੜੇ ਕਹਿੰਦੇ ਆਪਾਂ, ਸਰਕਮਸਟੈਂਸ਼ੀਅਲ ਨਹੀਂ, ਇਹ ਲਾਅ ਦੇ ਵਿੱਚ 300 ਸੈਕਸ਼ਨ ਦੇ ਵਿੱਚ, ਆਈਪੀਸੀ ਸੈਕਸ਼ਨ ਦੇ ਵਿੱਚ ਕਲੀਅਰਲੀ ਪ੍ਰੋਵਾਈਡ ਕੀਤਾ ਹੈ ਕਿ ਜੇ ਕਿਸੇ ਕਾਰਵਾਈ ਦਾ ਕਨਸੀਕੁਐਂਸਸ ਹੋ ਜਾਣ, ਬੰਦਾ ਜਾ ਕੇ ਆਪਣਾ ਹਸਪਤਾਲ ਜਾ ਕੇ 4 ਦਿਨਾਂ ਬਾਅਦ ਹਾਰਟ ਅਟੈਕ ਨਾ ਮਰ ਜਾਏ, ਤੇ ਜੇ ਉਹ ਐਟਰੀਬਿਊਟਡ ਹੈ ਟੂ ਕਿਸੇ ਸੱਟ ਨੂੰ, ਤਾਂ ਉਹਦੀ ਮੌਤ ਜਿਹੜੀ ਹੈ ਨਾ ਉਹਨੂੰ ਉਹੀ ਸਮਝਿਆ ਜਾਏਗਾ ਕਿ ਉਸ ਹਾਦਸੇ ਕਰਕੇ ਹੋਈ ਹੈ, ਨਾ ਕਿ ਹਾਰਟ ਅਟੈਕ ਕਰਕੇ। ਜੀ, ਯਾਨੀ ਕਿ ਭਾਰਤੀ ਦੰਡ ਸੰਹਿਤਾ ਜਿਹਨੂੰ ਆਪਾਂ ਆਈਪੀਸੀ ਕਹਿੰਦੇ ਆ, ਇੰਡੀਅਨ ਪੈਨਲ ਕੋਡ, ਇਹਦੀ ਧਾਰਾ 300 ਦੇ ਵਿੱਚ ਇਹ ਵਿਵਸਥਾ ਹੈ ਕਿ ਜੇਕਰ ਸਾਡੀ ਦੋਵਾਂ ਦੀ ਅੱਜ ਲੜਾਈ ਹੁੰਦੀ ਹੈ ਤਾਂ ਉਸ 'ਚ ਅਗਰ ਭਵਿੱਖ 'ਚ 2-3 ਦਿਨਾਂ ਬਾਅਦ ਹੱਥੋਂ ਪਾਈ ਤੱਕ ਆਪਾਂ ਜਾਂਦੇ ਆ ਤਾਂ ਮੈਨੂੰ ਜਾਂ ਤੁਹਾਨੂੰ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹ ਘਟਨਾ ਜਿਹੜੀ ਹੈਗੀ ਉਹਦੀ ਜੜ ਮੰਨੀ ਜਾਏਗੀ। ਇਹਦੀ ਜੜ ਮੰਨੀ, ਸਰਲ ਭਾਸ਼ਾ 'ਚ ਆਪਾਂ ਗੱਲ ਕਰੀਏ, ਬਿਲਕੁਲ ਭਾਵੇਂ 57 ਦਾ ਹੀ ਪਰਚਾ ਪਹਿਲਾਂ ਹੋਵੇ ਤਾਂ ਉਹ ਵੀ 302 ਦਾ ਬਣ ਸਕਦਾ ਹੈ। ਕੋਈ ਕਨਸੀਕੁਐਂਸਸ ਉਸ ਚੀਜ਼ ਦੇ ਹੋਣੇ ਚਾਹੀਦੇ ਨੇ। ਜੇ ਬੰਦਾ, ਜੇ ਕਿਸੇ ਨੂੰ ਸੱਟ ਲੱਗੀ ਤੇ ਹਸਪੀਟਲਾਈਜ਼ ਹੋਇਆ, ਹਸਪੀਟਲ ਜਾ ਕੇ ਉਹਦੀ ਮੌਤ ਹੋ ਜਾਂਦੀ ਹੈ, ਤਾਂ ਉਹ ਚਾਹੇ ਮੌਤ ਦਾ ਕਾਰਨ ਕੋਈ ਸ਼ਾਇਦ ਉਹ ਕੁਦਰਤੀ ਕਾਰਨ ਹੋਵੇ, ਨਹੀਂ ਕੁਦਰਤੀ ਕਾਰਨ ਨਹੀਂ, ਮਤਲਬ ਜੇ ਮੌਤ ਦਾ ਕਾਰਨ ਐਟਰੀਬਿਊਟ ਉਸ ਸੱਟ ਨੂੰ ਨਾ ਹੋਵੇ, ਬਟ ਉਹ ਕਨਸੀਕੁਐਂਸਸ ਸਮਝੇ ਜਾਣਗੇ ਕਿ ਸੱਟ ਕਰਕੇ ਹਸਪਤਾਲ ਗਿਆ, ਸੱਟ ਕਰਕੇ ਉਹਨੂੰ ਮਤਲਬ ਹਸਪਤਾਲ ਜਾਣਾ ਪਿਆ ਤੇ ਉੱਥੇ ਉਹਦੀ ਅਲਟੀਮੇਟਲੀ ਮੌਤ ਹੋ ਗਈ। ਇਹਨੂੰ ਐਟਰੀਬਿਊਟ ਹੋ ਸਕਦਾ ਹੈ ਉਸ ਐਕਸ਼ਨ ਨੂੰ, ਉਸ ਐਕਸ਼ਨ ਦੇ ਵਿੱਚ। ਮੈਂ ਜੱਜ ਸਾਹਿਬ, ਕਿਉਂਕਿ ਤੁਸੀਂ ਹੁਣ ਸੇਵਾ ਮੁਕਤ ਹੋ ਚੁੱਕੇ ਹੋ, ਉਸ ਤੋਂ ਬਾਅਦ ਤੁਸੀਂ ਇੱਕ ਵੱਡੇ ਕਮਿਸ਼ਨ ਨੂੰ ਵੀ ਲੀਡ ਕਰ ਚੁੱਕੇ ਹੋ ਜਿਹੜਾ ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀकांड ਵਾਲਾ ਮਾਮਲਾ ਸੀ ਜਾਂ ਬੇਅਦਬੀ ਵਾਲਾ ਮਾਮਲਾ ਸੀ, ਤੇ ਅਸੀਂ ਤੁਹਾਨੂੰ ਇੱਕ ਸੰਵਿਧਾਨ ਦੇ ਜਾਂ ਕਨਸਟੀਟਿਊਸ਼ਨ ਦੇ ਜਾਣਕਾਰ ਵਜੋਂ, ਮਨੁੱਖੀ ਹੱਕਾਂ ਦੇ ਰਾਖੇ ਵਜੋਂ ਜ਼ਿਆਦਾ ਅਸੀਂ ਮੀਡੀਆ ਵਾਲੇ ਜਾਂ ਲੋਕ ਐਕਸਪੈਕਟ ਕਰਦੇ ਨੇ, ਬਜਾਏ ਕਿ ਇੱਕ ਸਿਟਿੰਗ ਜੱਜ ਜੋ ਕਿ ਬਹੁਤ ਸਾਰੀਆਂ ਸੀਮਾਵਾਂ ਦੇ ਅੰਦਰ ਕੈਦ ਹੁੰਦਾ ਹੈ, ਉਹ ਜ਼ਿਆਦਾ ਬੋਲ ਨਹੀਂ ਸਕਦਾ। ਹਰਿਆਣਾ ਦੇ ਮੁੱਖ ਮੰਤਰੀ ਜਾਂ ਹਰਿਆਣਾ ਸਰਕਾਰ ਇਹ ਜ਼ੋਰ ਲਾ ਰਹੀ ਹੈ ਕਿ ਹਰਿਆਣਾ ਸ਼ਾਂਤਮਈ ਪ੍ਰਦੇਸ਼ ਹੈ, ਅਸੀਂ ਕਿਸਾਨਾਂ ਦੇ ਮੁਦਈ ਹਾਂ, ਪੰਜਾਬ ਇੱਕ ਐਸਾ ਸ਼ਰਾਰਤੀ
ਸਾਡਾ ਗੁਆਂਢੀ ਹੈ ਜਿਹਨੇ ਹਰਿਆਣਾ ਦੇ ਵਿੱਚ ਅੱਗ ਲਾਈ ਹੋਈ ਆ ਆਪਣੇ ਕਿਸਾਨ ਭੇਜ ਕੇ। ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਮੇਰੇ ਹਿਸਾਬ ਨਾਲ ਤਾਂ ਇੱਕ ਬੜਾ ਸ਼ਰਾਰਤ ਭਰਿਆ ਬਿਆਨ ਹੈ। ਕਿਸੇ 8 ਮਹੀਨੇ ਜਾਂ 9 ਮਹੀਨੇ ਕਿਸਾਨ ਇੱਕ ਉੱਥੇ ਬੈਠੇ ਹੋਏ ਨੇ, ਹਰਿਆਣੇ 'ਚ ਇਸ ਕਰਕੇ ਬੈਠੇ ਨੇ ਕਿ ਇੱਕ ਦਿੱਲੀ ਦਾ ਬਾਰਡਰ ਹੈ ਜੀ, ਤਾਂ ਬਹਿਣਾ ਪੈ ਰਿਹਾ, ਅਦਰਵਾਈਜ਼ ਸ਼ੌਂਕ ਨਹੀਂ। ਉਹ ਦਿੱਲੀ ਜਾਣਾ ਚਾਹੁੰਦੇ ਸੀ ਤੇ ਉਹ ਹਰਿਆਣੇ ਉੱਥੇ ਦਿੱਲੀ ਪੁਲਿਸ ਨੇ ਜਾਂ ਦਿੱਲੀ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਉੱਥੇ ਰੋਕ ਲਿਆ ਜੀ। ਉਹ ਉੱਥੇ ਖੁਸ਼ੀ ਨਾਲ ਨਹੀਂ ਬੈਠੇ ਜਾਂ ਹਰਿਆਣੇ। ਇਹਦੇ 'ਚ ਪੰਜਾਬ ਦਾ ਕੀ ਕਸੂਰ ਹੈ? ਇਹ ਤਾਂ ਹਰਿਆਣੇ ਗਵਰਨਮੈਂਟ ਨੇ ਪਹਿਲਾਂ ਉਹਨਾਂ ਨੂੰ ਪੰਜਾਬ 'ਚ ਰੋਕਣਾ ਚਾਹਿਆ, ਉਸ ਅਸਮਰੱਥ ਰਹੇ, ਰੋਕ ਨਹੀਂ ਸਕੇ ਉਹਨਾਂ ਨੂੰ ਉੱਥੇ, ਤੇ ਉਹਨਾਂ ਨੂੰ ਅੱਗੇ ਜਾਣਾ ਪਿਆ ਤੇ ਜਾ ਕੇ ਦਿੱਲੀ ਬਾਰਡਰ ਤੇ ਉਹਨਾਂ ਨੂੰ ਰੋਕ ਲਿਆ ਗਿਆ ਜੀ। ਇਹ ਕਹਿਣਾ ਕਿ ਪੰਜਾਬ ਹਰਿਆਣਾ ਬਿਲਕੁਲ ਸ਼ਾਂਤਮਈ ਹੈ, ਮੈਂ ਇਹ ਇਸ ਵੇਲੇ ਤਾਂ ਪੰਜਾਬ ਹਰਿਆਣਾ ਦਾ ਨਹੀਂ ਬਲਕਿ ਸਾਰੇ ਹਿੰਦੁਸਤਾਨ ਦਾ ਕਿਸਾਨ ਜਿਹੜਾ ਨਾ ਉਹ ਇਸ ਐਜੀਟੇਸ਼ਨ ਦਾ ਮਦਈ ਹੈ। ਇਹ ਇੱਕ ਐਜੀਟੇਸ਼ਨ ਇੱਕ ਵਰਲਡ ਲੈਵਲ ਦੀ ਮੰਨੀ ਗਈ ਐਜੀਟੇਸ਼ਨ ਹੈ ਔਰ ਇਹਦੀ ਜਿਹੜੀ ਸਪੋਰਟ ਪੋਸਟ ਇੰਡੀਪੈਂਡੈਂਸ ਇਹਦੀ ਜਿਹੜੀ ਸਪੋਰਟ ਹੈ ਉਹ ਹਿੰਦੁਸਤਾਨ 'ਚ ਨਹੀਂ, ਇਹ ਵਰਲਡ ਓਵਰ ਸਪੋਰਟ ਹੈ। ਅਮਰੀਕਨ ਫਾਰਮਰਸ ਨੇ ਇਹਦੀ ਸਪੋਰਟ ਵਿੱਚ ਬੋਲਿਆ, ਅਮਰੀਕਨ ਲੋਕੀ ਇਹਦੇ ਸਪੋਰਟ 'ਚ ਬੋਲ ਰਹੇ ਨੇ, ਹੋਰ ਯੂਰਪੀਅਨ ਕੰਟਰੀਜ਼ ਦੇ ਸਾਰੇ ਜਿਹੜੇ ਕਿਸਾਨ ਨੇ ਉਹ ਇਹਦੀ ਸਪੋਰਟ ਦੀ ਸ਼ਲਾਘਾ ਕਰ ਰਹੇ ਨੇ, ਇਸ ਐਜੀਟੇਸ਼ਨ ਦੀ ਸ਼ਲਾਘਾ ਕਰ ਰਹੇ ਨੇ। ਇੱਕ ਸ਼ਾਂਤਮਈ ਤਰੀਕੇ ਨਾਲ 9 ਮਹੀਨੇ ਤੋਂ ਲੋਕੀ ਬੈਠੇ ਨੇ ਔਰ ਉਹਨਾਂ ਨੇ ਸਾਰਾ ਆਪਣਾ ਇੰਤਜ਼ਾਮ ਕੀਤਾ ਹੈ। ਗੌਰਮੈਂਟ ਦੀ ਜਿਹੜੀਆਂ ਜ਼ਿੰਮੇਵਾਰੀਆਂ ਸੀ ਉਹਨੇ ਨਿਭਾਈਆਂ ਨਹੀਂ ਔਰ ਇਸ ਤਰ੍ਹਾਂ ਦੀ ਇੱਕ ਸ਼ਰਾਰਤ ਭਰਿਆ ਬਿਆਨ ਦੇਣਾ ਔਰ ਉਹਨੂੰ ਐਟਰੀਬਿਊਟ ਕਰਨਾ ਕਿਸੇ ਹੋਰ ਸਟੇਟ ਨੂੰ, ਇਹ ਇੱਕ ਸਟੇਟਸਮੈਨ ਦੀ ਸਟੇਟਮੈਂਟ ਨਹੀਂ ਹੈ, ਇਹ ਇੱਕ ਪੋਲੀਟੀਸ਼ੀਅਨ ਦੀ ਸਟੇਟਮੈਂਟ ਹੋ ਸਕਦੀ ਹੈ ਜਿਹੜਾ ਕਿ ਆਪਣਾ ਹਾਲਾਤਾਂ ਤੋਂ ਅਣਜਾਣ ਹੈ, ਉਹਨੂੰ ਇਸ ਸਿਚੁਏਸ਼ਨ ਦਾ ਪਤਾ ਹੀ ਨਹੀਂ। ਉਹ ਇੱਕ ਇਮੈਚੁਰ ਆਦਮੀ ਦੀ ਸਟੇਟਮੈਂਟ ਮੈਂ ਕਹੂੰਗਾ। ਇੱਕ ਮੈਚਿਓਰਿਟੀ ਜਾਂ ਮੈਚਿਓਰ ਪੋਲੀਟੀਸ਼ੀਅਨ ਜਿਹੜੇ ਸੁਲਝੇ ਹੋਇਆ ਹੈ ਉਹ ਨਹੀਂ ਇਦਾਂ ਦਾ ਬਿਆਨ ਕੋਈ ਦੇ ਸਕਦਾ। ਜੀ ਜੱਜ ਸਾਹਿਬ, ਮੈਂ ਆਖਰੀ ਸਵਾਲ ਵੱਲ ਜਾਣਾ ਚਾਹਾਂਗਾ। ਮੈਂ ਤੁਹਾਡੇ ਤਜਰਬੇ 'ਚੋਂ ਇਸ ਚੀਜ਼ ਦੀ ਥੋੜ੍ਹਾ ਜਿਹਾ ਜਾਣਨਾ ਚਾਹਾਂਗਾ, ਖਾਸ ਕਰ ਸਾਡੇ ਕਿਸਾਨ ਵੀਰ ਜਾਂ ਹੋਰ ਲੋਕ ਜੋ ਸੰਘਰਸ਼ ਕਰ ਰਹੇ ਨੇ। 9 ਮਹੀਨੇ ਆਪਾਂ ਕਹਿ ਰਹੇ ਹਾਂ ਕਿ ਲੱਗੇ ਨੇ, ਨਵੰਬਰ ਦੇ ਵਿੱਚ 1 ਸਾਲ ਹੋ ਜਾਏਗਾ ਲਗਭਗ ਪੂਰਾ। ਅੱਜ ਕੱਲ੍ਹ ਦੇ ਦਿਨਾਂ 'ਚ ਸਾਰਾ ਕੁਝ ਸ਼ੁਰੂ ਹੋਇਆ ਸੀ। ਕੇਂਦਰ ਸਰਕਾਰ ਜਿਹੜੀ ਹੈ ਉਹ ਟਸ ਤੋਂ ਮਸ ਨਹੀਂ ਹੋ ਰਹੀ, ਪੂਰੀ ਢੀਠਤਾਈ ਨਾਲ ਜਿਹੜੀ ਹੈਗੀ ਆ ਉਹ ਜਿਹੜੀ ਪੇਸ਼ ਆ ਰਹੀ ਹੈ। ਕੀ ਕੋਈ ਤੁਸੀਂ ਆਪਣੇ ਤਜਰਬੇ 'ਚੋਂ ਕੋਈ ਸੇਧ ਦੇ ਸਕਦੇ ਹੋ ਜਾਂ ਕੋਈ ਸਲਾਹ ਦੇ ਸਕਦੇ ਹੋ ਕਿ ਅਗਲਾ ਜਿਹੜਾ ਰੂਟ ਮੈਪ ਹੈ ਕਿਸਾਨ ਸੰਘਰਸ਼ ਦਾ ਕੀ ਹੋਣਾ ਚਾਹੀਦਾ ਹੈ? ਕਿਉਂਕਿ ਇਸ ਤਰ੍ਹਾਂ ਦਾ ਉਹ ਵੀ ਬੈਠੇ ਰਹਿਣਗੇ ਤੇ ਉਹ ਆਪਣੀ ਅੜੀ ਤੇ ਬੈਠੇ ਰਹਿਣਗੇ। 2024 ਦੂਰ ਹੈ ਕਾਫੀ। ਦੇਖੋ ਗੱਲ ਇਸ ਤਰ੍ਹਾਂ ਜੀ ਕਿ ਸੁਝਾਓ ਇਸ ਹਾਲਾਤ ਦੇ ਵਿੱਚ ਤਾਂ ਕੋਈ ਨਜ਼ਰ ਨਹੀਂ ਆਉਂਦਾ। ਮੈਂ ਤੁਹਾਨੂੰ ਫਰੈਂਕਲੀ ਕਹਾਂ ਕਿ ਮੈਂ ਆ ਸੁਝਾਓ ਜੀ, ਕੋਈ ਵੀ ਐਜੀਟੇਸ਼ਨ ਜਿਹੜੀ ਹੈ ਉਹਨੂੰ ਪੀਸਫੁਲ ਰੱਖਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਜਿਸ ਦਿਨ ਇਹ ਐਜੀਟੇਸ਼ਨ ਪੀਸਫੁਲ ਨਾ ਰਹੀ ਉਸ ਦਿਨ ਗਵਰਨਮੈਂਟ ਨੂੰ ਬਹਾਨਾ ਮਿਲ ਜਾਣਾ, ਜਿਵੇਂ 26 ਜਨਵਰੀ ਨੂੰ ਮਿਲਿਆ ਵੀ ਹੈ, ਜਿੱਦਾਂ ਹੋਇਆ ਸੀ। ਇਹ ਬੜੀ ਇੱਕ ਮੰਦਭਾਗੀ ਗੱਲ ਹੈ ਕਿ 9 ਮਹੀਨੇ ਤੋਂ ਕੋਈ ਇੱਕ ਵਰਗ, ਮੇਜਰ ਵਰਗ ਜਿਹੜਾ 70% ਆਪਣਾ ਕਨਸਟੀਟਿਊਟ ਕਰਦਾ ਹੈ ਹਿੰਦੁਸਤਾਨ ਦੀ ਆਬਾਦੀ ਦਾ, ਉਹਨਾਂ ਦੀ ਕੋਈ ਗ੍ਰੀਵੈਂਸ ਨੇ ਤੇ ਉਹਨਾਂ ਨੂੰ 9 ਮਹੀਨੇ 'ਚ ਸੁਣਿਆ ਹੀ ਨਾ ਜਾਵੇ। ਤੁਸੀਂ ਮਤਲਬ ਇਹ ਕਿੱਥੋਂ ਦਾ ਇਨਸਾਫ ਹੈ? ਕੋਰਟ ਕਚਹਿਰੀ ਜਿਹੜੀ ਹੈ ਉਹਨਾਂ ਨੇ ਇੰਟਰਫੇਰੈਂਸ ਜਿਹੜੀ ਕੀਤੀ ਥੋੜੀ ਜੀ ਇਨੀਸ਼ੀਅਲ ਸਟੇਜ ਦੇ ਉੱਤੇ, ਉਸ ਤੋਂ ਬਾਅਦ ਉਹ ਵੀ ਚੁੱਪ ਨੇ। ਜਿਹੜੀਆਂ ਕਮੇਟੀਆਂ ਬਣੀਆਂ ਉਹਨਾਂ ਦਾ ਕੀ ਹੋਇਆ ਕਿਸੇ ਨੂੰ ਕੋਈ ਪਤਾ ਨਹੀਂ। ਕਿਸਾਨ ਜਿਹੜੇ ਨੇ ਉਹਨਾਂ ਵਾਸਤੇ ਇਹ ਜਿਹੜਾ ਨਾ ਇਹ ਆਰ ਪਾਰ ਦੀ ਲੜਾਈ ਮੈਂ ਸਮਝਦਾ। ਹਾਂਜੀ, ਫਰਜ਼ ਕਰੋ ਜੇ ਐਜੀਟੇਸ਼ਨ ਨੇ ਸਕਸੀਡ ਨਾ ਕੀਤੀ ਤਾਂ ਮੇਰਾ ਖਿਆਲ ਹੈ ਕਿ ਆਉਣ ਵਾਲੇ 50 ਸਾਲ ਜਿਹੜੇ ਨੇ ਨਾ ਤੇ ਕੋਈ ਹਿੰਦੁਸਤਾਨ 'ਚ ਐਜੀਟੇਸ਼ਨ ਹੋਏਗੀ ਤੇ ਨਾ ਹੀ ਕਿਸਾਨਾਂ ਦੀ ਕੋਈ ਸੁਣਵਾਈ ਹੋਏਗੀ। ਹੌਸਲੇ ਪਸਤ ਹੋ ਜਾਣਗੇ। ਮੇਰੇ ਖਿਆਲ 'ਚ ਫਿਰ ਤਾਂ ਕੋਈ ਨੌਕਰੀ ਪੇਸ਼ਾ ਲੋਕ ਜਾਂ ਕੋਈ ਹੋਰ ਕਰਮਚਾਰੀ ਜਾਂ ਕੋਈ ਹੋਰ ਵਰਗ ਦੇ ਲੋਕ ਵੀ ਮੇਰੇ ਖਿਆਲ ਐਜੀਟੇਸ਼ਨ ਨਹੀਂ ਕਰਨ ਦਾ ਹਿੰਮਤ ਕਰਨਗੇ। ਨਹੀਂ, ਦੇਖੋ ਜਿਹੋ ਜਿਹੀ ਐਜੀਟੇਸ਼ਨ ਆਰਗੇਨਾਈਜ਼ ਕਿਸਾਨਾਂ ਨੇ ਕੀਤੀ ਹੈ, ਮੇਰਾ ਖਿਆਲ ਨਹੀਂ ਕਿ ਕੋਈ ਵੀ ਹੋਰ ਵਰਗ ਜਿਹੜਾ ਇਦਾਂ ਆਰਗੇਨਾਈਜ਼ ਕਰ ਸਕਦਾ। ਜੀ, ਕੋਈ ਟੈਂਕੀਆਂ ਤੇ ਚੜਦਾ ਹੈ, ਕੋਈ ਕੁਝ ਕਰਦਾ, ਕੋਈ ਨਹਿਰਾਂ ਛਾਲਾ ਮਾਰਦਾ, ਇਹਨਾਂ ਨੇ ਕੁਝ ਵੀ ਨਹੀਂ ਕੀਤਾ ਇਸ ਤਰ੍ਹਾਂ ਦਾ। ਕੁਝ ਨਹੀਂ ਕੀਤਾ। ਇਹਨਾਂ ਨੇ ਸਿਰਫ ਆਪਣੀ ਮੰਗਾਂ ਮਨਾਉਣ ਵਾਸਤੇ ਆਪਣੇ ਬੈਠੇ ਨੇ। ਜੇ ਉਹਨਾਂ ਨੂੰ ਦਿੱਲੀ ਦੇ ਬਾਰਡਰ ਤੇ ਗਵਰਨਮੈਂਟ ਨੂੰ ਨਜ਼ਰ ਨਹੀਂ ਆ ਰਹੇ, ਕਿਸਾਨ ਉਹਨਾਂ ਦਾ ਦੁੱਖ ਨਜ਼ਰ ਨਹੀਂ ਆ ਰਿਹਾ, ਤੇ ਇੱਕ ਬੜੀ ਮੰਦਭਾਗੀ ਗੱਲ ਹੈ ਮੇਰੇ ਹਿਸਾਬ ਨਾਲ। ਇਨ ਡੈਮੋਕ੍ਰੈਟਿਕ ਕੰਟਰੀ ਸਿਰਫ ਵੋਟਾਂ ਦੇ ਆਧਾਰ ਤੇ ਤੁਸੀਂ ਮਤਲਬ ਰਹਿਣਾ ਚਾਹੁੰਦੇ ਹੋ, ਉਸ ਨੂੰ ਕਮਿਊਨਲ ਡਿਵਾਈਡ ਕਰਕੇ ਤੁਸੀਂ ਵੋਟਾਂ ਲੈਣਾ ਚਾਹੁੰਦੇ ਹੋ। ਪਰ ਮੇਰੇ ਹਿਸਾਬ ਨਾਲ ਲੋਕੀ ਜੇ ਆਪਣਾ ਇਹਨੂੰ ਦੇਖ ਸਕਣ ਤੇ ਉਹਦਾ ਰਿਐਕਸ਼ਨ ਫਿਰ ਇਲੈਕਸ਼ਨ ਦੇ ਵੇਲੇ ਹੀ ਹੋ ਸਕਦਾ, ਹੋਰ ਤਾਂ ਕੋਈ ਮੈਨੂੰ ਨਜ਼ਰ ਨਹੀਂ ਆਉਂਦਾ। ਬਾਕੀ ਜੇ ਗੱਲਬਾਤ ਦੇ ਜ਼ਰੀਏ ਨਾ ਮੁੱਕ ਜਾਏ ਤਾਂ ਬੜੀ ਅੱਛੀ ਗੱਲ ਹੋਏਗੀ। ਕੋਈ ਕੰਪਰੋਮਾਈਜ਼ ਹੋ ਜਾਏ ਕਿਸੇ ਗੱਲ ਤੇ, ਕੋਈ ਗੱਲ ਨਿਕਲ ਜਾਵੇ, ਇਸ ਨੂੰ ਰੀਕਨਸਿਡਰ ਕੀਤਾ ਜਾਵੇ ਇਹਨਾਂ ਤਿੰਨੇ ਕਾਨੂੰਨਾਂ ਨੂੰ, ਤੇ ਉਹ ਇੱਕ ਜ਼ਰੀਆ ਹੈ ਜਿਹਦੇ ਨਾਲ ਇਹ ਕੋਈ ਹੱਲ ਸ਼ਾਇਦ ਨਿਕਲ ਆਵੇ। ਅਦਰਵਾਈਜ਼ ਕੋਈ ਇਸ ਵੇਲੇ ਤਾਂ ਗੌਰਮੈਂਟ ਦਾ ਕੋਈ ਜਿਹੜਾ ਨਜ਼ਰੀਆ ਹੈ ਉਹ ਲੱਗਦਾ ਹੈ ਕਿ ਇਹਨਾਂ ਨੂੰ
ਬੈਠੇ ਰਹਿਣ ਦਿਓ, ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ। ਪਰ ਡਾਕਟਰ ਸਾਹਿਬ ਵੈਸੇ ਤਾਂ ਮੈਂ ਕਿਹਾ ਸੀ ਆਖਰੀ ਸਵਾਲ ਹੈ, ਪਰ ਇੱਕ ਸਵਾਲ ਛੋਟਾ ਜਿਹਾ ਮੈਂ ਲੈਣਾ ਚਾਹਾਂਗਾ ਜ਼ਰੂਰ, ਬੜਾ ਰੌਚਕ ਸਵਾਲ ਹੈ। ਜਿਸ ਤਰ੍ਹਾਂ ਕਿ ਆਪਾਂ ਵੀ ਕਿਹਾ ਕਿ ਕੋਈ ਕੰਪਰੋਮਾਈਜ਼ ਹੋ ਜਾਏ ਜਾਂ ਕਿਸੇ ਤਰ੍ਹਾਂ ਸਮਝੌਤਾ ਗੱਲ ਨੇੜੇ ਲੱਗੇ, ਗੱਲ ਨੇੜੇ ਲੱਗਣ ਲੱਗੀ ਸੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹਨਾਂ ਨੂੰ ਸਟੇ ਕਰ ਦਿੰਦੇ ਹਾਂ ਕਾਨੂੰਨਾਂ ਨੂੰ 2 ਸਾਲਾਂ ਵਾਸਤੇ, 1.5 ਸਾਲ ਵਾਸਤੇ ਜਾਂ ਕੁਛ ਵਾਸਤੇ, ਜਾਂ ਅਸੀਂ ਕੁਝ ਤਰਮੀਮਾਂ ਇਹਦੇ 'ਚ ਕਰ ਦਿੰਦੇ ਹਾਂ ਜਿਸ ਤੋਂ ਕਿ ਕਿਸਾਨ ਨਾ ਕਰਕੇ ਆ ਗਏ। ਕੀ ਲੱਗਦਾ ਹੈ ਕਿ ਇਹ ਵੀ ਇੱਕ ਕਾਨੂੰਨੀ ਤੌਰ ਦੇ ਉੱਤੇ ਘਾਤਕ ਚਾਲ ਸੀਗੀ? ਦੇਖੋ ਜੀ ਗੱਲ ਜਦੋਂ ਮੈਂ ਕਾਨੂੰਨੀ ਨੁਕਤੇ ਨਿਗਾਹ ਤੋਂ ਪੁੱਛ ਰਿਹਾ ਕਿ ਜਦੋਂ ਕਾਨੂੰਨਾਂ ਦੇ ਵਿੱਚ ਕੋਈ ਸਟੇ ਹੁੰਦੀ ਹੈ, ਕਾਨੂੰਨ 2 ਸਾਲ ਵਾਸਤੇ ਰੋਕ ਲਿਆ ਜਾਂਦਾ ਲਾਗੂ ਕਰਨ ਤੋਂ, ਜਾਂ ਉਹ 'ਚ ਤਰਮੀਮ ਕਰ ਲਈ ਜਾਂਦੀ ਹੈ, ਇਹ ਭਰੋਸਾ ਦੇ ਕੇ ਕਿ ਮੁੜ ਕੇ ਅਸੀਂ ਇਸੇ ਚੀਜ਼ ਤੇ ਸਟੈਂਡ ਕਰਾਂਗੇ, ਕੀ ਸੰਭਾਵਨਾ ਬਚਦੀ ਹੈ ਅੱਗੇ ਜਾ ਕੇ? ਉਹ ਕਿਸਾਨਾਂ ਦਾ ਜਿਹੜਾ ਜਵਾਬ ਸੀ ਉਹ ਮੇਰੇ ਹਿਸਾਬ ਨਾਲ ਠੀਕ ਸੀ ਜੀ। ਸਾਲ ਜਾਂ 2 ਸਾਲ ਵਾਸਤੇ ਇਹਨਾਂ ਨੂੰ ਡੈਫਰ ਕਰ ਦੇਣਾ ਜਾਂ ਇਹਨਾਂ ਨੂੰ ਨਾ ਲਾਗੂ ਕਰਨਾ, ਉਹ ਜਿਹੜਾ ਸੀ ਕੋਈ ਵਾਇਬਲ ਸੋਲੂਸ਼ਨ ਨਹੀਂ ਸੀ ਇਸ ਗੱਲ ਦਾ। ਕਿਸਾਨਾਂ ਦੀ ਮੰਗ ਹੈਗੀ ਹੈ ਕਿ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤੇ ਨਵੇਂ ਸਿਰਿਓਂ ਗੌਰਮੈਂਟ ਨਾਲ ਬੈਠ ਕੇ ਸਲਾਹ ਮਸ਼ਵਰੇ ਨਾਲ ਫਿਰ ਇੱਕ ਕਾਨੂੰਨ ਬਣਾਇਆ ਜਾਵੇ ਜਿਹੜਾ ਕਿ ਕਿਸਾਨਾਂ ਨੂੰ ਵੀ ਐਕਸੈਪਟੇਬਲ ਹੋਵੇ ਤੇ ਗਵਰਨਮੈਂਟ ਨੂੰ ਵੀ ਐਕਸੈਪਟੇਬਲ ਹੋਵੇ। ਮੇਰੇ ਵਿਚਾਰ ਨਾਲ ਕੋਈ ਵੀ ਡੈਮੋਕ੍ਰੈਟਿਕ ਇਲੈਕਟਿਡ ਗਵਰਨਮੈਂਟ ਜਿਹੜੀ ਹੈ ਉਹ ਇਸ ਗੱਲ ਤੇ ਕਿਉਂ ਐਡਮੈਂਟ ਹੈ? ਉਹ ਕਹਿੰਦੇ ਜੀ ਅਸੀਂ ਕਿਸਾਨਾਂ ਵਾਸਤੇ ਕਾਨੂੰਨ ਬਣਾਇਆ, ਕਿਸਾਨ ਕਹਿੰਦੇ ਸਾਨੂੰ ਇਹ ਚਾਹੀਦਾ ਨਹੀਂ, ਤੇ ਜੇ ਜਿਨ੍ਹਾਂ ਵਾਸਤੇ ਕਾਨੂੰਨ ਬਣਾਇਆ ਉਹ ਚਾਹੁੰਦੇ ਨਹੀਂ ਤੇ ਕਿਉਂ ਨਹੀਂ ਉਹਨਾਂ ਦੀ ਗੱਲ ਸੁਣੀ ਜਾਂਦੀ ਤੇ ਉਹ ਐਸਾ ਕਾਨੂੰਨ ਲਿਆਂਦਾ ਜਾਂਦਾ ਜਿਹੜਾ ਕਿ ਸਾਰਿਆਂ ਨੂੰ ਐਕਸੈਪਟੇਬਲ ਹੋਵੇ, ਕਿਸਾਨਾਂ ਨੂੰ ਸਪੈਸ਼ਲੀ ਐਕਸੈਪਟੇਬਲ ਹੋਵੇ। ਇਹ ਕਾਨੂੰਨ ਤਾਂ ਮੈਂ ਕਈ ਵਾਰ ਅੱਗੇ ਵੀ ਬੋਲਿਆ, ਜਿਹੜੇ ਤਿੰਨੇ ਕਾਨੂੰਨ ਨੇ ਬਿਲਕੁਲ ਕਿਸਾਨਾਂ ਦੇ ਹੱਕ 'ਚ ਨਹੀਂ ਹੈ, ਇਹ ਤਾਂ ਫਿਰ ਕਾਰਪੋਰੇਟਸ ਦੇ ਹੱਕ 'ਚ ਨੇ। ਔਰ ਇਸੇ ਕਰਕੇ ਹੀ ਤੁਸੀਂ ਦੇਖੋਗੇ ਕਿ ਇਹ ਜਿਹੜਾ ਕਿਸਾਨ ਜਿਹੜੇ ਨੇ ਐਜੀਟੇਟਡ ਨੇ ਇਸ ਗੱਲ ਤੇ, ਇਹਦੀ ਇੱਕ ਬੜੀ ਵੱਡੀ ਬੈਕਗਰਾਉਂਡ ਹੈ ਜਿਹੜੀ ਕਿ ਇਸ ਵੇਲੇ ਪਰਹੈਪਸ ਉਹਨੂੰ ਡਿਸਕਸ ਕਰਨਾ ਕੋਈ ਬਹੁਤਾ ਵਾਜਬ ਨਹੀਂ ਹੋਊਗਾ। ਜੀ ਪਰ ਜਿਹੜੀ ਕਨਸਟੀਟਿਊਸ਼ਨਲੀ ਆਪਾਂ ਦੇਖਿਆ ਜਾਏ, ਜੇਕਰ ਅਸੀਂ ਕਿਸੇ ਜੱਜ ਨਾਲ ਬਹਿ ਕੇ ਗੱਲ ਕਰਦੇ ਹੋਈਏ ਤਾਂ ਇਹ ਵੈਸੇ ਵੀ ਕਾਨੂੰਨ ਦੀ ਜਾਂ ਸੰਵਿਧਾਨ ਦੀ ਭਾਵਨਾ ਦੇ ਉਲਟ ਨੇ, ਕਿਉਂਕਿ ਰਾਜ ਸੂਚੀ ਦਾ ਵਿਸ਼ਾ ਹੈ, ਸਟੇਟ ਸੂਚੀ ਦਾ ਲਿਸਟ ਦਾ ਵਿਸ਼ਾ ਹੈ ਖੇਤੀਬਾੜੀ ਦੇ ਬਾਰੇ ਕਾਨੂੰਨ ਬਣਾਉਣੇ, ਜਿਹੜੇ ਕਿ ਕੇਂਦਰ ਨੇ ਬਣਾਤੇ ਨੇ ਉਸ ਨੁਕਤੇ ਨਿਗਾਹ ਤੋਂ। ਉਹਦੀ ਜੁਰਿਸਡਿਕਸ਼ਨ ਤੋਂ ਬਾਅਦ ਹੈ, ਪਰ ਅਨਫੋਰਚੂਨੇਟ ਪਾਰਟ ਇਸ ਮੁਲਕ ਦੇ ਵਿੱਚ ਇਹ ਹੋ ਗਿਆ ਕਿ ਮੈਂ ਵੀ ਆਪਣਾ ਸੁਝਾਅ ਦਿੱਤਾ ਸੀ ਕਿ ਕਿਸਾਨਾਂ ਨੂੰ ਕੋਰਟ ਕਚਹਿਰੀ ਦੇ ਚੱਕਰ 'ਚ ਨਹੀਂ ਪੈਣਾ ਚਾਹੀਦਾ। ਹਾਂ, ਕਿਉਂਕਿ ਕੋਰਟ ਕਚਹਿਰੀ ਦੇ ਅੱਜ ਕੱਲ੍ਹ ਜਿਸ ਹਿਸਾਬ ਦੇ ਫੈਸਲੇ ਨੇ, ਮੈਂ ਮੰਦਭਾਗਾ ਹੋਊਗਾ ਮੇਰੇ ਵਾਸਤੇ ਕਹਿਣਾ ਵੀ, ਮੈਂ ਪਾਰਟ ਆਫ ਜੁਡੀਸ਼ਰੀ ਰਿਹਾ ਹਾਂ ਜੀ, ਪਰ ਜਿਸ ਹਿਸਾਬ ਨਾਲ ਉਹ ਲੋਕਾਂ ਦਾ ਕੌਨਫੀਡੈਂਸ ਨਹੀਂ ਹੈ ਉਹਨਾਂ ਕੋਰਟਸ ਦੇ ਵਿੱਚ ਵੀ ਉੱਥੋਂ ਫੈਸਲਾ ਜਿਹੜਾ ਸਹੀ ਆਊਗਾ, ਭਰੋਸਾ ਨਹੀਂ ਰਿਹਾ। ਹਾਂ, ਉੱਥੇ ਕਾਫੀ ਫੈਸਲੇ ਜਿਹੜੇ ਨੇ ਨਾ ਜਿਨ੍ਹਾਂ ਨੂੰ ਕਾਫੀ ਕਿੰਤੂ ਪਰੰਤੂ ਕੀਤਾ ਜਾ ਸਕਦਾ, ਐਸੇ ਫੈਸਲੇ ਜਿਨ੍ਹਾਂ ਤੇ ਮੈਂ ਨਹੀਂ ਕਿਸੇ ਨੂੰ ਐਟਰੀਬਿਊਟ ਨਹੀਂ ਕਰ ਰਿਹਾ, ਮੈਂ ਮੋਟਿਵ ਨਹੀਂ ਐਟਰੀਬਿਊਟ ਕਰ ਰਿਹਾ, ਪਰ ਨਾਰਮਲ ਪਰਸੈਪਸ਼ਨ ਬਣ ਗਈ ਹੈ ਲੋਕਾਂ ਦੀ ਵਿੱਚ ਕਿ ਜਿਹੜੇ ਕੋਰਟ ਕਚਹਿਰੀ ਦੇ ਫੈਸਲੇ ਨੇ ਉਹ ਗੌਰਮੈਂਟ ਦੇ ਹੱਕ 'ਚ ਜ਼ਿਆਦਾ ਆਉਂਦੇ ਨੇ ਬਜਾਏ ਇਸ ਦੇ ਕਿ ਉਹ ਫੈਸਲੇ ਜਿਹੜੇ ਕਾਨੂੰਨ ਦੇ ਪੱਖ 'ਚ ਹੋਣ। ਉਹ ਕੁਛ ਕੀ ਕਾਰਨ ਨੇ ਇਹਨਾਂ ਦੇ, ਉਹਨਾਂ ਨੂੰ ਜਾਂ ਗੌਰਮੈਂਟ ਦਾ ਪੱਖ ਚੰਗੀ ਤਰ੍ਹਾਂ ਰੱਖਿਆ ਜਾਂਦਾ ਹੈ, ਦੂਸਰਾ ਪੱਖ ਚੰਗੀ ਤਰ੍ਹਾਂ ਨਹੀਂ ਰੱਖਿਆ ਜਾਂਦਾ, ਜਾਂ ਕੋਈ ਹੋਰ ਕਾਰਨ ਨੇ, ਮੈਂ ਉਹਨਾਂ 'ਚ ਨਹੀਂ ਜਾਣਾ ਚਾਹੁੰਦਾ। ਇਸ ਕਰਕੇ ਇਹ ਜਿਹੜਾ ਨਾ ਕੋਰਟ ਕਚਹਿਰੀ ਦੇ ਮਾਮਲੇ ਵਿੱਚ ਇਹ ਸੁਲਝਾਇਆ ਨਹੀਂ ਜਾ ਸਕਦਾ ਜੀ। ਇਹ ਤਾਂ ਜੁਰਿਸਡਿਕਸ਼ਨ ਬਿਲਕੁਲ ਨਹੀਂ ਸੀ ਸੈਂਟਰ ਦੀ ਇਸ ਕਾਨੂੰਨ ਬਣਾਉਣ ਤੇ, ਉਹਨਾਂ ਨੇ ਆਪਣੀ ਇੱਕ ਸੀਟ ਜੁਰਿਸਡਿਕਸ਼ਨ ਕਰਕੇ ਕਾਨੂੰਨ ਬਣਾਏ ਨੇ। ਤੇ ਵੈਸੇ ਤਾਂ ਜੇ ਕੋਈ ਨਿਆਂਪਾਲਿਕਾ 'ਚ ਵਿਸ਼ਵਾਸ ਹੋਵੇ ਲੋਕਾਂ ਨੂੰ ਤਾਂ 1 ਮਿੰਟ 'ਚ ਇਹ ਕਾਨੂੰਨ ਜਿਹੜੇ ਨੇ ਰੱਦ ਕੀਤੇ ਜਾ ਸਕਦੇ। ਬਿਲਕੁਲ ਜੀ। ਅਸੀਂ ਗੱਲਬਾਤ ਕੀਤੀ ਹੈ ਜਸਟਿਸ ਰਣਜੀਤ ਸਿੰਘ ਉਹਨਾਂ ਨਾਲ, ਜਿਸ 'ਚ ਆਪਾਂ ਮੁੱਖ ਤੌਰ ਤੇ ਜਿਹੜਾ ਮੁੱਦਾ ਵਿਚਾਰਿਆ ਉਹ ਹੈਗਾ ਕਰਨਾਲ ਦੇ ਵਿੱਚ ਉੱਥੋਂ ਦੇ ਮੁਕਾਮੀ SDM ਵੱਲੋਂ ਜਿਹੜਾ ਪੁਲਿਸ ਨੂੰ ਇਹ ਉਕਸਾਇਆ ਜਾਣਾ ਕਿ ਤੁਸੀਂ ਸਿੱਧਾ ਵਾਰ ਜਿਹੜਾ ਹੈਗਾ ਕਿਸਾਨਾਂ ਦੇ ਸਿਰ ਤੇ ਕਰਨਾ, ਜਿਹਦਾ ਨਤੀਜਾ ਇਹ ਨਿਕਲਦਾ ਹੈ ਕਿ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਤੇ ਸੈਂਕੜੇ ਦਰਜਨਾਂ ਕਿਸਾਨ ਜਿਹੜੇ ਨੇ ਉਹ ਬੁਰੀ ਤਰ੍ਹਾਂ ਫੱਟੜ ਹੋ ਜਾਂਦੇ ਨੇ। ਜਸਟਿਸ ਰਣਜੀਤ ਸਿੰਘ ਉਹਨਾਂ ਨੇ ਇੱਕ ਗੱਲ ਸਪਸ਼ਟ ਤੌਰ ਦੇ ਉੱਤੇ, ਸਿੱਧੇ ਤੌਰ ਦੇ ਉੱਤੇ ਕਹੀ ਹੈ ਆਪਣੇ ਸੰਵਿਧਾਨਕ, ਕਾਨੂੰਨੀ ਤੇ ਵੈਸੇ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਆਧਾਰ ਤੇ ਕਿ SDM ਸਾਹਿਬ ਦੇ ਖਿਲਾਫ ਸਿੱਧਾ 302 ਯਾਨੀ ਕਿ ਹੱਤਿਆ ਦਾ ਕੇਸ ਤਾਂ ਫੌਰੀ ਤੌਰ ਤੇ ਦਰਜ ਹੋ ਜਾਣਾ ਚਾਹੀਦਾ ਹੈ। ਬਹੁਤ ਸ਼ੁਕਰੀਆ ਜੱਜ ਸਾਹਿਬ। ਥੈਂਕ ਯੂ ਜੀ, ਮਿਹਰਬਾਨੀ।